किसान अकेडमी ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਅੱਜ ਦੀ ਕਲਾਸ ਦੇ ਵਿੱਚ ਅਸੀਂ ਬਹੁਤ ਹੀ ਇੰਪੋਰਟੈਂਟ ਟੌਪਿਕ ਲੈਂਗੁਏਜ ਐਂਡ ਥਾਟ ਦੇ ਨਾਲ ਰਿਲੇਟਡ ਐਮਸੀਕਿਊ ਡਿਸਕਸ ਕਰਨ ਜਾ ਰਹੇ ਹਾਂ ਜੀ। ਕਾਫੀ ਇੰਪੋਰਟੈਂਟ ਟੌਪਿਕ ਆ ਜਿਹਦੇ ਚ ਤੁਹਾਨੂੰ ਪੰਜਾਬੀ, ਇੰਗਲਿਸ਼ ਐਂਡ ਸੀਡੀਪੀ, ठीक है, पैडागोजी पंजाबी इंग्लिश पैडागोजी एंड सीडीपी तीनों ਦੇ ਨਾਲ ਰਿਲੇਟਡ ਹੀ ਕੁਐਸਚਨ ਮਿਲਣਗੇ। ਅਗਰ ਤੁਸੀਂ ਥਿਊਰੀ ਕਲਾਸਿਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ 9988000121 ਦੇ ਉੱਪਰ WhatsApp ਕਰਕੇ ਜਾਂ ਕਾਲ ਕਰਕੇ ਕੋਰਸ ਦੀ ਇਨਫੋਰਮੇਸ਼ਨ ਲੈ ਸਕਦੇ ਹੋ। ਤਾਂ ਮੈਂ ਸਟਾਰਟ ਕਰਦੀ ਹਾਂ ਜੀ ਸਾਡੀ ਅੱਜ ਦੀ ਕਲਾਸ। ਫਰਸਟ ਕੁਐਸਚਨ ਹੈ ਜੀ ਆਪਣੇ ਕੋਲ ਦਾ ਥਿਊਰੀ that we are born with the language acquisition device was formulated by। ਤਾਂ ਇੱਕ ਥਿਊਰੀ ਕੀਤੀ ਸੀ ਅਸੀਂ, ਤੁਹਾਨੂੰ ਯਾਦ ਹੋਣਾ, ਗ੍ਰਾਮਰ ਜਨਰੇਟਿਵ ਥਿਊਰੀ, ਜਿਹਦੇ ਚ ਅਸੀਂ ਐਲਏਡੀ ਦੇ ਬਾਰੇ ਚ ਪੜਿਆ ਸੀ। ਐਲਏਡੀ ਕੀ ਸੀ? ਲੈਂਗੁਏਜ ਐਕੁਜੀਸ਼ਨ ਡਿਵਾਈਸ, ਜਿਹਦੀ ਗੱਲ ਕਿਹਨੇ ਕੀਤੀ ਸੀ? ਚਮਸਕੀ ਨੇ। ਚਮਸਕੀ ਨੇ ਕੀ ਕਿਹਾ ਸੀਗਾ ਕਿ ਇੱਕ ਬੱਚਾ ਜਦੋਂ ਜਨਮ ਲੈਂਦਾ ਤਾਂ ਉਹਦੇ ਚ ਐਲਏਡੀ ਹੁੰਦੀ ਆ ਅਕੋਰਡਿੰਗ ਟੂ ਚਮਸਕੀ, ਠੀਕ ਹੈ, ਜਿਹਦੇ ਚ ਉਹ ਆਪਣੀ ਭਾਸ਼ਾ ਨੂੰ ਖੁਦ ਇਕਵਾਇਰ ਕਰਦਾ, ਉਹਨੂੰ ਕੋਈ ਭਾਸ਼ਾ ਸਿਖਾਉਂਦਾ ਨਹੀਂ ਆ, ਬੱਚਾ ਜਨਮਜਾਤ ਹੀ ਭਾਸ਼ਾ ਨੂੰ ਸਿੱਖਦਾ, ਜਨਮਜਾਤ ਹੀ ਉਹ ਜਨਮ ਲੈਂਦਾ ਇਸ ਭਾਸ਼ਾ ਦੇ ਨਾਲ ਹੀ, ਹਨਾ, ਐਲਏਡੀ ਦੇ ਨਾਲ ਹੀ ਜਨਮ ਲੈਂਦਾ, ਜਿਹਦੇ ਕਰਕੇ ਉਹ ਭਾਸ਼ਾ ਵੀ ਆਪਣੇ ਆਪ ਸਿੱਖਦਾ ਰਹਿੰਦਾ। ਭਾਸ਼ਾ ਸਿੱਖਣਾ ਜਨਮਜਾਤ ਆ, ਇਹ ਕਿਹਨੇ ਕਿਹਾ ਜੀ? ਚਮਸਕੀ ਨੇ ਕਿਹਾ, ਠੀਕ ਹੈ, ਕਿਉਂਕਿ ਬੱਚੇ ਦੇ ਵਿੱਚ ਐਲਏਡੀ ਲੱਗੀ ਹੋਈ ਹੈ। ਇਹਦੇ ਅਕੋਰਡਿੰਗ ਸਾਡਾ ਜਿਹੜਾ ਦਿਮਾਗ ਹੈਗਾ ਉਹਦੇ ਦੋ ਹਿੱਸੇ ਨੇ, ਇੱਕ ਬਰੋਕਾ ਏਰੀਆ ਹੈਗਾ, ਠੀਕ ਹੈ, ਜਿਹੜਾ ਲੈਫਟ ਫਰੰਟੀਅਰ ਲੋਬ ਦੇ ਵਿੱਚ ਹੁੰਦਾ, ਤੇ ਇੱਕ ਹੁੰਦਾ ਵਰਨਿਕ ਏਰੀਆ, ਠੀਕ ਹੈ। ਜਿਹੜਾ ਬਰੋਕਾ ਏਰੀਆ ਹੈਗਾ ਉਹਦੇ ਚ ਬੱਚਾ ਭਾਸ਼ਾ ਦੀ ਪ੍ਰੋਡਕਸ਼ਨ ਕਰਦਾ ਹੈਗਾ, ਠੀਕ ਹੈ, ਤੇ ਵਰਨਿਕ ਦੇ ਵਿੱਚ ਜਿਹੜਾ ਹੈਗਾ ਭਾਸ਼ਾ ਦੀ ਜਿਹੜੀ ਤੁਸੀਂ ਕਹਿ ਸਕਦੇ ਹੋ ਜਿਹੜੀ ਮੀਨਿੰਗ ਹੈਗੇ ਨੇ ਉਹ ਸਮਝਦਾ, ਠੀਕ ਹੈ। ਤਾਂ ਮੀਨਿੰਗ ਸਮਝਣ ਦੇ ਨਾਲ ਰਿਲੇਟਡ ਵਰਨਿਕ ਏਰੀਆ, ਬਰੋਕਾ ਏਰੀਆ, ਸਾਰੀ ਗੱਲ ਕਿਹਨੇ ਕੀਤੀ ਹੈਗੀ ਆ ਜੀ? ਚਮਸਕੀ ਨੇ, ਠੀਕ ਹੈ ਜੀ। ਤਾਂ ਜਿਹੜਾ ਪਿਆਜੇ ਸੀਗਾ ਉਹਦੀ ਥਿਊਰੀ ਕੀ ਸੀ? ਕੋਗਨਿਟਿਵ ਡਿਵੈਲਪਮੈਂਟ ਦੇ ਨਾਲ ਰਿਲੇਟਡ ਥਿਊਰੀ ਸੀ, ਬੌਧਿਕ ਵਿਕਾਸ, ਠੀਕ ਹੈ। ਤੇ ਪੈਵਲਵ ਦੀ ਥਿਊਰੀ ਸੀਗੀ ਬੇਟਾ ਜੀ ਕਲਾਸੀਕਲ ਕੰਡੀਸ਼ਨਿੰਗ ਥਿਊਰੀ, ਬੀਐਫ ਸਕਿਨਰ ਦੀ ਸੀ ਇੰਸਟਰੂਮੈਂਟ ਕੰਡੀਸ਼ਨਿੰਗ ਥਿਊਰੀ। ਇਹ ਸਾਰੀਆਂ ਥਿਊਰੀਜ਼ ਤੁਸੀਂ ਮੇਰੇ ਨਾਲ ਕਰ ਚੁੱਕੇ ਹੋ, ਠੀਕ ਹੈ। ਇਹ ਤੇ ਮੈਂ ਜਸਟ ਤੁਹਾਨੂੰ ਰਿਪੀਟ ਕਰਵਾਉਣਾ ਚਾਹੁੰਦੀ ਹਾਂ, ਅਗਰ ਅਦਰਵਾਈਜ਼ ਤੁਹਾਡਾ ਥਿਊਰੀ ਕਲਾਸਿਸ ਦੇ ਵਿੱਚ ਸਭ ਕੁਝ ਹੋ ਚੁੱਕਿਆ। ਨੈਕਸਟ ਹੈਗਾ ਜੀ, ਵਿਚ ਥਿਊਰੀ ਆਫ ਲੈਂਗੁਏਜ ਕਲੇਮ that language is the product of conditioning। ਕੰਡੀਸ਼ਨਿੰਗ ਕੀ ਸੀਗੀ ਜੀ? ਕੰਡੀਸ਼ਨਿੰਗ ਸੀਗੀ ਜਦੋਂ ਇੱਕ ਆਰਟੀਫਿਸ਼ੀਅਲ ਸਟਿਮੂਲਸ ਦੇ ਰਾਹੀਂ ਕਿਸੇ ਵੀ ਨਕਲੀ ਜਿਹੜਾ ਉਦੀਪਨ ਹੈਗਾ, ਸਟਿਮੁਲਾਈ ਹੈਗਾ, ਉਹਦੇ ਨਾਲ ਨੈਚੁਰਲ ਰਿਸਪੌਂਸ ਲਿਆ ਜਾਂਦਾ। ਜਿਵੇਂ ਕਿ ਪੈਵਲਵ ਨੇ ਦਿਖਾਇਆ ਸੀ, ਹੈ ਨਾ, ਕਿ ਬੈਲ ਵਜਾਈ, ਬੈਲ ਵਜਾ ਕੇ ਫੂਡ ਦਿੱਤਾ, ਠੀਕ ਹੈ। ਬੈਲ ਇੱਥੇ ਆਰਟੀਫਿਸ਼ੀਅਲ ਸਟਿਮੂਲਸ ਆ, ਉਹਦੇ ਰਾਹੀਂ ਜਦੋਂ ਬੈਲ ਵਜਾਉਂਦਾ ਸੀ ਉਦੋਂ ਹੀ ਡੌਗ ਜਿਹੜਾ ਸੀ ਸਲਾਈਵਾ ਆਊਟ ਕਰਦਾ ਸੀ, ਹੈ ਨਾ, ਬੈਲ ਵੱਜਦਿਆਂ ਸਾਰ ਹੀ ਉਹਨੂੰ ਭੁੱਖ ਦਾ ਅਹਿਸਾਸ ਹੁੰਦਾ ਸੀ ਤੇ ਸਲਾਈਵਾ ਆਊਟ ਕਰਦਾ ਸੀ। ਇਹ ਨੈਚੁਰਲ ਰਿਸਪੌਂਸ ਆ, ਠੀਕ ਹੈ। ਕਿਹਦੇ ਕਰਕੇ ਹੋਇਆ? ਕੰਡੀਸ਼ਨਿੰਗ ਦੇ ਕਰਕੇ ਹੋਇਆ। ਤਾਂ ਜਿਹੜੀ ਰਿਸਪੌਂਸ ਲਿਆ ਇਹ ਕੰਡੀਸ਼ਨਿੰਗ ਕਰਕੇ ਆ। ਤਾਂ ਕਿਹੜੇ ਮੰਨਦੇ ਹੈਗੇ ਇਸ ਕੰਡੀਸ਼ਨਿੰਗ ਨੂੰ? ਕੰਡੀਸ਼ਨਿੰਗ ਨੂੰ ਮੰਨਦੇ ਨੇ ਬਿਹੇਵੀਅਰਿਜ਼ਮ ਵਾਲੇ, ਕਿਉਂਕਿ ਪੈਵਲਵ ਜਿਹੜਾ ਸੀਗਾ ਉਹ ਕਿਹਦੇ ਨਾਲ ਸੰਬੰਧਿਤ ਹੈਗਾ ਜੀ? ਬਿਹੇਵੀਅਰਿਸਟਿਕ ਸਕੂਲ ਦੇ ਨਾਲ। ਪੈਵਲਵ, ਸਕਿਨਰ, ਠੀਕ ਹੈ, ਥੋਰਨਡਾਈਕ, ਇਹ ਸਾਰੇ ਵਾਟਸਨ ਵੀ, ਠੀਕ ਹੈ, ਫਾਦਰ ਆ ਬਿਹੇਵੀਅਰਿਜ਼ਮ ਦਾ, ਤੁਹਾਨੂੰ ਪਤਾ ਮੈਂ ਕਾਫੀ ਵਾਰ ਦੱਸ ਚੁੱਕੀ ਹਾਂ। ਥੋਰਨਡਾਈਕ ਐਂਡ ਫਾਦਰ ਆਫ ਬਿਹੇਵੀਅਰਿਜ਼ਮ ਵੈਟਸਨ, ਇਹ ਜਿਹੜੇ ਸਾਰੇ ਹੈਗੇ ਨੇ ਕੀ ਹੈਗੇ ਨੇ ਜੀ? ਬਿਹੇਵੀਅਰਿਸਟਿਕ, ਠੀਕ ਹੈ। ਕੰਸਟਰਕਟਿਵਿਜ਼ਮ ਦੇ ਵਿੱਚ ਕੌਣ ਸੀਗੇ ਜੀ? ਇਹ ਮੰਨਦੇ ਆ ਜਿਹੜੇ ਕਿ ਬੱਚਾ ਆਪਣੇ ਗਿਆਨ ਦੀ ਉਸਾਰੀ ਖੁਦ ਕਰਦਾ, ਜਿਹਦੇ ਚ ਪਿਆਜੇ ਸ਼ਾਮਲ ਆ, ਵਾਈਗੋਸਕੀ ਸ਼ਾਮਲ ਆ, ਠੀਕ ਹੈ, ਐਂਡ ਬਰੂਨਰ ਸ਼ਾਮਲ ਆ। ਇਸ ਤੋਂ ਬਿਨਾ ਜਿਹੜੇ ਫੰਕਸ਼ਨਲਿਜ਼ਮ ਥਿਊਰੀ ਦੇ ਵਿੱਚ ਨੇ ਉਹ ਹੈਗੇ ਨੇ ਵਿਲੀਅਮ ਜੇਮਸ, ਠੀਕ ਹੈ, ਕਾਫੀ ਇੰਪੋਰਟੈਂਟ ਪਰਸਨ, ਮੇਜਰ ਸਾਈਕੋਲੋਜਿਸਟ ਮੰਨੇ ਜਾਂਦੇ ਨੇ ਅਮਰੀਕਾ ਦੇ, ਵਿਲੀਅਮ ਜੇਮਸ। ਤੇ ਹਿਊਮਨਿਜ਼ਮ ਦੇ ਵਿੱਚ ਆ ਜਾਂਦੇ ਨੇ ਬੇਟਾ ਜੀ ਮੈਸਲੋ ਤੇ ਕਾਰਲ ਰੋਜ਼ਰ। ਇਹ ਸਭ ਦੀਆਂ ਥਿਊਰੀ ਸਭ ਕੁਝ ਮੈਂ ਤੁਹਾਨੂੰ ਕਰਵਾ ਚੁੱਕੀ ਹਾਂ, ਇੱਥੇ ਸਿਰਫ ਮੈਂ ਨਾਮ ਦੱਸ ਰਹੀ ਹਾਂ। ਕਾਰਲ ਰੋਜ਼ਰ। Next question ਹੈ ਜੀ, which psychologist formulated the theory in which interaction is considered the most important in language development। ਜਿੱਥੇ ਬੇਟਾ ਜੀ ਤੁਹਾਡੇ ਕੋਲ ਆ ਜੇ ਇੰਟਰੈਕਸ਼ਨ, ਠੀਕ ਹੈ, ਸੋਸ਼ਲ ਇੰਟਰੈਕਸ਼ਨ ਜਾਂ ਇੰਟਰੈਕਸ਼ਨ। ਇੰਟਰੈਕਸ਼ਨ ਕੀ ਸੀ? ਅੰਤਰ ਕਿਰਿਆ ਜਿਹੜੀ ਦੋ ਬੰਦਿਆਂ ਦੇ ਵਿਚਕਾਰ ਹੁੰਦੀ ਆ। ਜਾਂ ਫਿਰ ਤੁਹਾਡੇ ਕੋਲ ਟਰਮ ਆ ਜੇ ਬੇਟਾ ਜੀ ਕਲਚਰਲ ਔਰ ਸੋਸ਼ਲ, ਜਾਂ ਸੋਸ਼ੋ ਕਲਚਰਲ ਆ ਜੇ, ਠੀਕ ਹੈ। ਤਾਂ ਇਹ ਜਿਹੜੀਆਂ ਟਰਮ ਹੈਗੀਆਂ ਸਾਰੀਆਂ ਕਿਹਦੇ ਨਾਲ ਸੰਬੰਧਿਤ ਨੇ? ਵਾਈਗੋਸਕੀ ਦੇ ਨਾਲ, ਠੀਕ ਹੈ, ਵਾਈਗੋਸਕੀ ਦੇ ਨਾਲ ਸੰਬੰਧਿਤ ਨੇ। ਤੇ ਵਾਈਗੋਸਕੀ ਨੇ ਕਿਹਾ ਸੀਗਾ ਕਿ ਭਾਸ਼ਾ ਸਿੱਖਣ ਦੇ ਲਈ ਇੰਟਰੈਕਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ। ਇੰਟਰੈਕਸ਼ਨ ਕਰੋਗੇ ਲੈਂਗੁਏਜ ਡਿਵੈਲਪਮੈਂਟ ਹੋਗੀ, ਕਿਹਨੇ ਕਿਹਾ ਸੀ? ਵਾਈਗੋਸਕੀ ਨੇ, ਠੀਕ ਹੈ। ਪਿਆਜੇ ਨੇ ਕੀ ਕਿਹਾ ਸੀਗਾ ਕਿ ਬੱਚਾ ਜਿਹੜਾ ਭਾਸ਼ਾ ਹੈਗਾ ਖੁਦ ਇੰਟਰੈਕਟ ਕਰਕੇ, ਮਤਲਬ ਇੰਟਰੈਕਟ ਕਰਕੇ ਨਹੀਂ, ਖੁਦ ਐਕਸਪਲੋਰ ਕਰਕੇ, ਰੀਅਲ ਵਰਲਡ ਦੇ ਨਾਲ ਆਪਣੀਆਂ ਸੈਂਸਰੀ ਯੂਜ਼ ਕਰਕੇ, ਮੋਟਰ ਐਕਟੀਵਿਟੀਜ਼ ਯੂਜ਼ ਕਰਕੇ ਇਹਨਾਂ ਚੀਜ਼ਾਂ ਨੂੰ ਲਰਨ ਕਰਦਾ। ਬੀਐਫ ਸਕਿਨਰ ਨੇ ਕੀ ਕਿਹਾ ਸੀਗਾ ਕਿ ਬੱਚਾ ਰੀਇਨਫੋਰਸਮੈਂਟ ਦੇ ਰਾਹੀਂ ਭਾਸ਼ਾ ਲਰਨ ਕਰਦਾ, ਠੀਕ ਹੈ, ਰੀਇਨਫੋਰਸਮੈਂਟ ਜਾਨੀ ਕਿ ਪੁਨਰਬਲਨ ਦੇ ਰਾਹੀਂ ਭਾਸ਼ਾ ਸਿੱਖਦਾ ਹੈ। ਸਾਰੇ ਕੁਝ ਕੀ ਹੁੰਦੇ ਨੇ, ਪੁਨਰਬਲਨ ਕੀ ਨੇ, ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਥਿਊਰੀਜ਼ ਦੇ ਵਿੱਚ ਕਲੀਅਰ ਕਰ ਚੁੱਕੀ ਹਾਂ।
तो फिर क्लास बहुत लेंथी हो जाती है, इस करके मैं ज्यादा इतने कंसनट्रेट एक्सप्लेन करने के ऊपर नहीं दूंगी, ठीक है। विच वन ऑफ द फॉलोइंग पेयर इज लीस्ट, सब घट मेल खांदा, ठीक है, लीस्ट लाइकली टू करैक्ट मैच, ਜਿਹੜਾ मैच बनाया गया एक पासे साइकोलॉजिस्ट ने जिन्होंने थ्योरीज दित्तियां, एक पासे ਉਹਨਾਂ ਦੇ थॉट ने, ਤਾਂ ਕਹਿੰਦੇ ਨੇ सब तो घट ਕਿਹੜਾ मैच करता, सब तो पहला चमस्की ਦਾ ਦਿੱਤਾ ਹੋਇਆ, ਕਹਿੰਦੇ चमस्की कहते ये कहता कि चिल्ड्रन एंटर इन द वर्ल्ड विद सर्टन नॉलेज अबाउट लैंग्वेज, बिल्कुल बच्चा भाषा सीखना जन्मजात है, किने क्या, चमस्की ने क्या, ਉਹਦੇ ਚ LED ਲੱਗੀ ਹੁੰਦੀ ਹੈ, लैंग्वेज एक्विजिशन डिवाइस ਲੱਗੀ ਆ, किने क्या, चमस्की ने क्या। ਇਹਦਾ मतलब वो ਇਹ ਕਹਿ ਰਿਹਾ कि ਜਦੋਂ ਇੱਕ ਬੱਚਾ ਜਨਮ ਲੈਂਦਾ ਤਾਂ ਉਹਨੂੰ ਆਲਰੇਡੀ ਭਾਸ਼ਾ ਸਿੱਖਣ ਦੀ ਨੌਲੇਜ ਉਹ ਲੈ ਕੇ ਆਉਂਦਾ, ਠੀਕ ਹੈ, ਕਿਉਂਕਿ ਉਹਦੇ ਚ LED ਆ, ਤਾਂ ਇਹਦਾ ਥॉट ਹੈ ਕਿ ਆਪਣੇ ਕੋਲੇ ਰਾਈਟ ਥॉट ਆ। लैंग्वेज एंड थॉट आर इनिशियली टू डिफरेंट एक्टिविटी, शुरू के सालों के विच लैंग्वेज ते थॉट अलग-अलग होंगे ने, मैं क्लास विच अच्छी तरह करवाया सी, किने क्या, वाइगोस्की ने, ते फिर 2 साल तो बाद ये की हो जाते हैं जी, इंटरडिपेंडेंट, ठीक है, इंटरडिपेंडेंट हो जाते हैं 2 साल तो बाद, दोनों एक दूसरे के उपर निर्भर करन लग जाते हैं। लैंग्वेज इज कॉन्टीजेंट ऑन थॉट्स, जिहड़ी भाषा हैगी आ वो विचारां ते निर्भर करती है, किने क्या जी, प्याजे ने, यानी कि थॉट पहला आउंदे आ, फिर लैंग्वेज आउंदी है, किने क्या, प्याजे ने, ठीक है। ਇਹਦਾ ਮਤਲਬ ਇਹ ਤਿੰਨੇ ਥॉट ਹੈਗੇ ਆ ਸਹੀ। ਹੁਣ ਅਸੀਂ ਦੇਖਦੇ ਹਾਂ ਲਾਸਟ ਥॉट, ਲੈਂਗੁਏਜ ਇਜ਼ ਸਟਿਮੁਲਾਈ ਇਨ এনवायरमेंट, ਕਹਿੰਦੇ ਲੈਂਗੁਏਜ এনवायरमेंट ਦੇ ਵਿੱਚ ਆਉਂਦੀ ਹੈ, BF ਸਕਿਨਰ ਨੇ ਕਿਹਾ ਨਹੀਂ ਬੇਟਾ, ਬਿਹੇਵੀਅਰਿਜ਼ਮ ਵਾਲੇ ਨਾ ਸਾਰੇ ਵੈਸੇ ਵਾਤਾਵਰਨ ਨੂੰ ਇੰਪੋਰਟੈਂਸ ਦਿੰਦੇ ਆ, ਉਹਨਾਂ ਦੇ ਅਕੋਰਡਿੰਗ ਲਰਨਿੰਗ ਵਾਤਾਵਰਨ ਦੇ ਵਿੱਚ ਹੁੰਦੀ ਆ, ਬਟ BF ਸਕਿਨਰ ਇਹ ਕਹਿੰਦਾ ਕਿ ਭਾਸ਼ਾ ਜਿਹੜੀ ਹੈਗਾ ਬੱਚਾ ਰੀਇਨਫੋਰਸਮੈਂਟ ਦੇ ਰਾਹੀਂ ਸਿੱਖਦਾ, ठीक है। एक बच्चे ने पहला कोई बा वर्ड बोलिया, पा वर्ड बोलिया, ਅਸੀਂ ਹੱਸ ਕੇ ਕਹਿੰਦੇ ਆ ਬਾ ਕਹਿੰਦਾ, ਪਾ ਕਹਿੰਦਾ, ਸਾਡਾ ਉਹ ਹਾਸਾ ਬੱਚੇ ਦੇ ਲਈ ਰੀਇਨਫੋਰਸਮੈਂਟ ਆ, ਠੀਕ ਹੈ। ਤਾਂ ਬੱਚਾ ਕਹਿੰਦੇ ਰੀਇਨਫੋਰਸਮੈਂਟ ਦੇ ਰਾਹੀਂ ਸਿੱਖਦਾ। ਸਭ ਤੋਂ ਘੱਟ ਜਿਹੜੀ ਇੱਥੇ ਸਟੇਟਮੈਂਟ ਇਨਵੋਲਵ ਹੋ ਰਹੀ ਹੈ ਜਾਂ ਇੰਟਰਲਿੰਕ ਕਰ ਰਹੀ ਹੈ ਉਹ ਹੈਗੀ ਆ BF ਸਕਿਨਰ ਦੀ, ਤਾਂ ਸਾਡਾ ਆਨਸਰ ਇੱਥੇ ਆ ਗਿਆ ਜੀ 4th। ਨੈਕਸਟ ਕੁਐਸਚਨ ਆ ਜੀ, ਥਿੰਕ ਪਰਮਿਟਸ ਹਿਊਮਨ ਟੂ, ਕਹਿੰਦੇ ਜਿਹੜੀ ਥਿੰਕਿੰਗ ਹੈਗੀ ਆ ਉਹ ਪਰਮਿਟ ਕਰਦੀ ਆ ਹਿਊਮਨ ਨੂੰ ਕੀ ਕਰਨ ਲਈ, मतलब आग्ञा दिंदी है, कहते एंटीसिपेट करने दे लई ते एक्सपैक्ट करने दे लई एक्शन, ठीक है ना, बिल्कुल ਅਸੀਂ एक्सपैक्ट करते हैं एक्शन थिंकिंग दे राਹੀਂ सोचने हैं दिमाग दे विच, है ना। then make predicting about the word that they experience, उस एक्सपीरियंस ਜਿਹੜਾ ਤੁਸੀਂ ਚੀਜ਼ ਐਕਸਪੀਰੀਅੰਸ ਕਰ ਚੁੱਕੇ ਹੋ ਉਹਦੀਆਂ ਪ੍ਰੈਡਿਕਸ਼ਨ ਫਿਊਚਰ ਦੇ ਵਿੱਚ ਵੀ ਅੰਦਾਜ਼ਾ ਲਾਉਂਦੇ ਹੋ ਤੇ ਆਪਣੇ ਆਈਡੀਆਜ਼ ਦੇ ਉੱਪਰ ਵੀ ਰਿਫਲੈਕਟ ਕਰਦੇ ਹੋ, ਤਾਂ ਆਨਸਰ ਆ ਜਾਊਗਾ ਜੀ ਆਲ ਆਫ ਅਬਵ। ਇਹ ਸਾਰੀਆਂ ਚੀਜ਼ਾਂ ਥਿੰਕਿੰਗ ਦੇ ਨਾਲ ਰਿਲੇਟ ਕਰਦੀਆਂ ਨੇ। ਨੈਕਸਟ ਹੈਗਾ ਜੀ, ਥਿੰਕਿੰਗ ਇਜ਼ ਦਾ ਪਾर्ट ऑफ ਕੋਗਨੀਸ਼ਨ, ठीक है। मैं जो ਕੋਗਨੀਸ਼ਨ करवाया सी ਤੁਹਾਨੂੰ अच्छी तरह करवाया सी, थिंकिंग, मैमोरी, जर्नलाइजेशन, एनालिसिस, सिंथेसिस, ठीक है, डिफरेंशिएशन, मैमोराइज, कंसैप्ट, ये सारियां चीज़ां किहदे च आउंदियां ने, कोगनीशन दे विच आउंदियां ने। ते कहंदे थिंकिंग कोगनीशन दा पार्ट आ, क्यों आ पार्ट, थिंकिंग दा मतलब की हुंदा बेटा जी प्रोसैस लाउणा, किसी चीज़ दे उपर प्रोसैस लाउणा। हुण स्टेटमेंट देखो, इट हेल्प इन डायरेक्टिंग अटेंशन टूवर्ड स्टिमुलाई, कहंदे अटेंशन लाउणा एक तरीके दी अटेंशन आ, थिंकिंग नहीं है, ठीक है। इट हेल्प्स इन रिसीविंग इनफॉर्मेशन, ये इनफॉर्मेशन रिसीव करने दे विच हेल्प करदा। इट हेल्प्स इन प्रोसैसिंग इनफॉर्मेशन रिसीव्ड, ਜਿਹੜੀ ਇਨਫੋਰਮੇਸ਼ਨ ਤੁਸੀਂ ਲੈ ਲਈ ਨਾ, ਮੈਂ ਤੁਹਾਨੂੰ ਇੱਥੇ ਟੌਪਿਕ ਪੜ੍ਹਾ ਰਹੀ ਹਾਂ, ਤੁਸੀਂ ਉਹ ਟੌਪਿਕ ਸੁਣ ਰਹੇ ਹੋ, ਸੁਣ ਕੇ ਫਿਰ ਉਹਦੇ ਉੱਪਰ ਆਪਣਾ ਦਿਮਾਗ ਲਾ ਰਹੇ ਹੋ, ਠੀਕ ਹੈ, ਪ੍ਰੋਸੈਸ ਕਰ ਰਹੇ ਹੋ, ਤੇ ਜਿਹੜੀ ਪ੍ਰੋਸੈਸ ਕਰ ਰਹੇ ਹੋ ਨਾ ਉਹ ਥਿੰਕਿੰਗ ਆ, ਠੀਕ ਹੈ। ਤਾਂ ਆਨਸਰ ਕੀ ਹੋ ਗਿਆ, ਇਟ ਹੈਲਪਸ ਇਨ ਪ੍ਰੋਸੈਸਿੰਗ ਇਨਫੋਰਮੇਸ਼ਨ ਰਿਸੀਵਿੰਗ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, हाँ जी, विच ऑफ द फॉलोइंग स्टेटमेंट अबाउट कॉन्सैप्ट फॉर्मेशन बाय अ चाइल्ड इज करेक्ट, कहते कंसैप्ट फॉर्मेशन दे लई केड़ी स्टेटमेंट सही है, ठीक है। कंसैप्ट कहते यूनिवर्सल आ, कंसैप्ट इज नॉट हिरारकीकल नहीं हुंदा, कहते कंसैप्ट इज नॉट यूज्ड इन थिंकिंग, ये भी गल तक साडे कोल आ गया जी। कॉन्सैप्ट की हुंदा, सैट ऑफ पैटर्न, तुहानूं याद होना कैन कॉन्सैप्ट अटेनमेंट मॉडल, जिहड़ा मैं तुहानूं क्लास दे विच करवाया सी, ब्रूनर ने दिता सी, उहनूं ध्यान नाल पढ़ो तो तुहानूं क्लीयर होऊगा, एक बच्चा पैटर्न बना रहा उस नॉलेज का, उस इनफॉर्मेशन का जो गेन कर रहा है ना। असी प्री जिहड़ा प्री कॉन्सैप्ट तो पहला दी फर्स्ट स्टेज कीती सी, फिर ड्यूरिंग दी सैकेंड स्टेज कीती सी, थर्ड लैवल कीता सी, है ना। तो तुहानूं उहदे सब कुछ क्लीयर आ गया होगा। तो उहदे हिसाब नाल जे आपां देखीए बेटा जी, एक सैट पैटर्न आ, कॉन्सैप्ट डेवलपमेंट है, ठीक है जी। तो एक पैटर्न आ जिन्होंने फॉलो करते हैं, तो फिर असीं एक कॉन्सैप्ट बनाउने अपने दिमाग दे विच। 8th क्वेश्चन है जी, विच साइकोलॉजिस्ट और लिंग्विस्ट सुजेस्ट दैट थॉट इज टोटली डिटरमिन्ड बाय लैंग्वेज, ठीक है। थॉट आ जिहड़े ओह लैंग्वेज के द्वारा प्रभावित होंदे आ, ये किने क्या सी जी, तुसीं LRH कॉन्सैप्ट कर चुके हो मेरे नाल, लैंग्वेज रिलेटिविस्ट हाइपोथीसिस, ठीक है, हाइपोथीसिस
ਜਿਹਨੂੰ ਤੁਸੀਂ ਆਖਦੇ ਹੋ ਵॉर्फियन हाइपोथेसिस, वॉर्फियन हाइपोथेसिस यानी कि लैंग्वेज प्रति ਜਿਹੜੀ ਹੈਗੀ ਆ लैंग्वेज ਸੰਬੰਧੀ परिकल्पना यानी कि लैंग्वेज करके ही ਤੁਸੀਂ थॉट ਲੈ ਪਾਉਂਦੇ ਹੋ। ਇਹ ਕਿਹਦਾ ਸੀ ਜੀ? वॉर्फ ਦਾ थॉट ਸੀਗਾ ਤੇ ਇੱਥੇ वॉर्फ ਤੇ शेपियर ਤੁਹਾਡਾ ਆਨਸਰ ਆ ਜਾਊਗਾ। नेक्स्ट क्वेश्चन है जी साडे कोल 9th दा साउंड थ प च यानी कि TH PH CH, ठीक है। ਤਾਂ ਕਹਿੰਦੇ ਇਹ ਕੀ ਨੇ? ਤਾਂ ਇਹ ਜਿਹੜੀਆਂ ਧੁਨੀਆਂ ਹੈਗੀਆਂ ਨੇ ਕੀ ਨੇ ਜੀ? ਫਨੀਮ। ਇਹ ਕਲਾਸ ਦੇ ਵਿੱਚ ਮੈਂ ਤੁਹਾਨੂੰ ਅੱਛੀ ਤਰ੍ਹਾਂ ਕਰਵਾ ਚੁੱਕੀ ਹਾਂ। ਫਨੀਮ ਕੀ ਹੁੰਦੇ ਆ, ਮੋਰਫੀਮ ਕੀ ਹੁੰਦੇ ਆ, ਹਨਾ, ਸਿੰਟੈਕਸ ਕੀ ਆ, ਸਿਮੈਟਿਕਸ ਕੀ ਆ। ਤਾਂ ਮੈਂ ਇੱਥੇ ਇੱਕ ਵਾਰ ਰਿਪੀਟ ਕਰ ਦਿੰਦੀ ਹਾਂ। ਫਨੀਮ ਕੀ ਹੈਗੀ ਆ? ਸਮੋਲੈਸਟ ਯੂਨਿਟ ਆਫ ਲੈਂਗੁਏਜ ਐਂਡ ਸਮੋਲੈਸਟ ਯੂਨਿਟ ਆਫ ਸਾਊਂਡ, ਠੀਕ ਹੈ। ਸਭ ਤੋਂ ਛੋਟੀ ਜਿਹੜੀ ਧੁਨੀ ਹੈਗੀ ਆ ਉਹ ਕੀ ਹੁੰਦੀ ਹੈ ਸਾਡੇ ਕੋਲ? ਫਨੀਮ। ਮੋਰਫੀਮ ਕੀ ਹੈਗੀ ਆ ਬੇਟਾ ਜੀ? ਸਮੋਲੈਸਟ ਯੂਨਿਟ ਆਫ, ਆਪਾਂ ਕਹਿ ਸਕਦੇ ਹਾਂ मीनिंगफुल यूनिट, ठीक है। स्मॉलेस्ट मीनिंगफुल यूनिट ऑफ लैंग्वेज, स्मॉलेस्ट मीनिंगफुल यूनिट ऑफ लैंग्वेज। लाइक ਆਪਾਂ ਕਹਿ ਦਈਏ कैट मान लो, ठीक है। कैट, कैट ਨੂੰ ਹੁਣ ਜੇ ਤੁਸੀਂ ਤੋੜ ਕੇ CAT ਕਰ ਦੋ, ਅੱਡ ਅੱਡ ਕਰ ਦੋ, ਤੇ ਕੋਈ ਮਤਲਬ ਨਹੀਂ। कैट CAT ਮਿਲਾ ਕੇ ਹੀ ਇੱਕ ਸ਼ਬਦ ਬਣਦਾ कैट। ਜੇ ਤੁਸੀਂ ਇਸ ਸ਼ਬਦ ਨੂੰ ਤੋੜਨ ਦੀ, ਕਾ ਕਰਨ ਦੀ ਕੋਸ਼ਿਸ਼ ਕਰੋ, ਉਹਦਾ ਕੋਈ ਮਤਲਬ ਨਹੀਂ ਆ। ਟੀ ਨੂੰ ਅੱਡ ਕਰੋ, ਉਹਦਾ ਕੋਈ ਮਤਲਬ ਨਹੀਂ ਆ, ਕਿਉਂਕਿ ਜੇ ਤੁਸੀਂ कैट ਨੂੰ ਤੋੜ ਦਿੰਦੇ ਹੋ ਤਾਂ ਇਹ मीनिंगलेस ਆ। ਸਭ ਤੋਂ ਛੋਟੀ ਆ कैट, ਹਨਾ, ਜਿਹੜੀ ਇੱਕ मीनिंग ਬਣਾ ਰਹੀ ਆ, ठीक है। ਤਾਂ ਕੀ ਮੋਰਫੀਮ ਕੀ ਹੈਗਾ? ਉਹ ਵਾਲੇ ਸ਼ਬਦ, ਸਭ ਤੋਂ ਛੋਟੇ ਸ਼ਬਦ ਜਿਨ੍ਹਾਂ ਨੂੰ ਤੋੜ ਕੇ ਅੱਗੋਂ ਉਹਨਾਂ ਦਾ ਕੋਈ ਮਤਲਬ ਨਾ ਰਵੇ। ਗ੍ਰਾਫੀਮ ਹੁੰਦਾ ਬੇਟਾ ਜੀ, ਗ੍ਰਾਫੀਮ ਹੁੰਦਾ ਜਿਵੇਂ ਆਪਾਂ ਕਹੀਏ ਰਿਟਨ ਫਾਰਮ, ਠੀਕ ਹੈ। ਰਿਟਨ ਫਾਰਮ ਆ ਕਿੰਨਾ ਦੀ? ਫੋਨੀਮਸ ਦੀ, ਧੁਨੀਆਂ ਦੀ, ਠੀਕ ਹੈ, ਧੁਨੀਆਂ ਦੀ। ਤਾਂ ਤੁਸੀਂ ਕਹਿ ਸਕਦੇ ਹੋ ਸਮੋਲੈਸਟ ਰਿਟਨ ਫਾਰਮ ਆ ਲੈਂਗੁਏਜ ਦੀ। ਸਮੋਲੈਸਟ ਰਿਟਨ ਫਾਰਮ ਆਫ ਲੈਂਗੁਏਜ, ਜਦੋਂ ਤੁਸੀਂ ਫਨੀਮਸ ਨੂੰ, ਮੈਂ TH CH ਲਿਖ ਰਹੀ ਹਾਂ, ਤਾਂ ਜਿਹੜਾ ਮੈਂ ਲਿਖ ਰਹੀ ਹਾਂ, ਮੈਂ ਚੱਚਾ ਲਿਖ ਰਹੀ ਹਾਂ, ਮੈਂ ਦੱਦਾ ਲਿਖ ਰਹੀ ਹਾਂ, ਜਿਹੜਾ ਮੇਰਾ ਲਿਖਿਆ ਹੋਇਆ ਫਾਰਮ ਆ ਇਹ ਕੀ ਹੈਗਾ? ਗ੍ਰਾਫੀਮ, ਠੀਕ ਹੈ ਜੀ। ਲੈਕਸੀਮ ਕੀ ਹੁੰਦੇ ਆ? ਲੈਕਸੀਮ ਹੁੰਦੇ ਆ ਬੇਟਾ ਜੀ ਸੈਟ ਆਫ all inflected form of single word। ਕੋਈ ਵੀ ਇੱਕ word ਹੋਵੇ ਉਹਨੂੰ ਅਸੀਂ ਮੋਲਡ ਆਊਟ ਕਰਦੇ ਹਾਂ। ਲਾਈਕ ਆਪਾਂ ਕਹਿਤਾ walk, walking, walked, ठीक है। एक ही है लिक्सीम। नेक्स्ट हैगा जी अपने को लैंग्वेज डेवलपमेंट इन चाइल्ड स्टार्ट्स विच ऑफ द एजेस। ਕਿਹੜੀ ਕਹਿੰਦੇ ਏਜ ਦੇ ਵਿੱਚ ਲੈਂਗੁਏਜ ਡਿਵੈਲਪਮੈਂਟ ਹੈਗੀ ਹੈ ਜਿਹੜੀ ਉਹ ਸਟਾਰਟ ਹੋ ਜਾਂਦੀ ਹੈ? ਤਾਂ ਬਰਥ ਤੋਂ ਹੀ, ਠੀਕ ਹੈ। ਬਰਥ ਤੋਂ ਹੀ, ਜਿਵੇਂ ਉਹਨੇ ਵੀ ਕਿਹਾ, ਚਮਸਕੀ ਨੇ ਵੀ ਕਿਹਾ ਕਿ ਬੱਚਾ ਜਨਮਜਾਤ ਹੁੰਦਾ, ਭਾਸ਼ਾ ਨੂੰ ਲੈ ਕੇ ਜਨਮ ਲੈਂਦਾ, ਤੇ ਇਟ ਮੀਨਸ ਭਾਸ਼ਾ ਜਿਹੜੀ ਹੈਗੀ ਆ ਬੇਟਾ ਜੀ ਉਹ ਬਰਥ ਤੋਂ ਹੀ ਸਟਾਰਟ ਹੋ ਜਾਂਦੀ ਹੈ। ਬੱਚਾ ਭਾਸ਼ਾ ਦੀ ਡਿਵੈਲਪਮੈਂਟ, ਲੈਂਗੁਏਜ ਡਿਵੈਲਪਮੈਂਟ ਭਾਸ਼ਾ ਜਨਮ ਤੋਂ ਹੀ ਕਰਨੀ ਸ਼ੁਰੂ ਕਰ ਦਿੰਦਾ। फर्स्ट वर्ड आ चाइल्ड यूज रिप्रेजेंट, ਜਿਹੜੇ फर्स्ट वर्ड ਬੱਚਾ यूज ਕਰਦਾ ਉਹ ਕਿਹੜੀ ਚੀਜ਼ ਨੂੰ रिप्रेजेंट ਕਰਦੇ ਆ? ਜਿਹੜੇ ਪਹਿਲੇ वर्ड ਹੈਗੇ ਨੇ ਬੱਚਾ 10 ਤੋਂ 14 ਮੰਥ ਦੇ ਬਿਟਵੀਨ ਬੋਲਦਾ, ਠੀਕ ਹੈ। 1 ਸਾਲ ਦੇ ਬੱਚੇ ਕੋਲ 3 ਤੋਂ ਲੈ ਕੇ 4 ਸ਼ਬਦ ਹੋ ਸਕਦੇ ਨੇ, ਠੀਕ ਹੈ। ਜਿਹੜੇ ਸ਼ਬਦ ਪਹਿਲੇ ਬੱਚਾ ਪ੍ਰੋਡਿਊਸ ਕਰੂਗਾ ਕਿਸੇ ਮੂਰਤ ਚੀਜ਼ਾਂ ਦੇ ਬਾਰੇ ਹੋਣਗੇ। ਮੂਰਤ ਚੀਜ਼ਾਂ ਜੋ ਆਸੇ-ਪਾਸੇ ਦੇਖ ਰਿਹਾ, ਇਟ ਮੀਨਸ ਕੰਕਰੀਟ ਆਬਜੈਕਟ। ਗਲਾਸ ਕਹਿ ਲੂਗਾ, ਕੌਲੀ ਕਹਿ ਲੂਗਾ, ਗੁੱਡੀ ਕਹਿ ਲੂਗਾ, ਹਨਾ, ਮੰਮਾ ਕਹਿ ਲੂਗਾ, ਪਾਪਾ ਕਹਿ ਲੂਗਾ। ਤਾਂ ਉਹ ਸ਼ਬਦ ਸਾਰੇ ਕੰਕਰੀਟ ਨੇ ਜੋ ਉਹਨੂੰ ਦੇਖ ਰਹੇ ਨੇ। स्पेस बारे अंदाजा नहीं लगा सकता, टाइम बारे नाल संबंधित नहीं होणगे, अमूर्त चीज़ों की कल्पना नहीं कर सकता, तो इन्हां नाल रिलेटेड नहीं होणगे। उहदे पहले शब्द कॉन्क्रीट स्थूल चीज़ों के बारे होणगे। 12th क्वेश्चन आ जी, आ चाइल्ड ऑफ 2 to 3, 2 ਤੋਂ 3 साल तक का बच्चा कहंदे की करूगा? 2 ਤੋਂ 3 साल तक का बच्चा, देखो बेटा 2 ਤੋਂ 3 साल तक का बच्चा कहंदे की करूगा? 2 ਤੋਂ 3 साल का बच्चा बेटा जी अपना जेंडर रिवील कर सकता, जेंडर बारे उन्होंने नॉलेज होगी, जेंडर दस सकता, नेम दस सकता, एज दस सकता, ठीक है। वोकैबलरी उहदे कोल 275 है ना, 300 इन्नी हो सकती है, 500 बहुत ज्यादा वर्ड ने, शायद इन्ने शब्द उस बच्चे को ना हो, ठीक है। कहते हाउ, हू एंड वैन वाले क्वेश्चनों का आंसर नहीं दे सकता, दे ही नहीं सकता, ठीक है। इत्थे क्या होया कि दे सकता, नहीं दे सकता, ठीक है। देन शुड बी एबल टू टेल अ रीजनेबल कनैक्टेड अबाउट अ पिक्चर, एक पिक्चर ਨੂੰ ਦੇਖ ਕੇ ਉਹਦੇ ਉੱਪਰ ਰੀਜ਼ਨੇਬਲੀ ਜਿਹੜੀ ਇੱਕ ਸਟੋਰੀ ਟੈਲ ਕਰਦੇ ਉਹ ਵੀ ਨਹੀਂ ਕਰ ਸਕਦਾ। ਹਜੇ 2-3 ਸਾਲ ਤੱਕ ਦੇ ਬੱਚੇ ਦੀ 3 ਤੋਂ 6 ਸਾਲ ਤੱਕ ਤਾਂ ਜਦੋਂ ਪ੍ਰੀ ਸਕੂਲ ਹੁੰਦਾ, ਪ੍ਰੀ ਸਕੂਲ 'ਚ ਵੀ ਨਹੀਂ ਜਾਣ ਲੱਗਾ ਤਾਂ ਉਹ ਇੰਨੀਆਂ ਚੀਜ਼ਾਂ ਨਹੀਂ ਕਰ ਸਕਦਾ। ਉਹ ਜਸਟ ਆਪਣਾ ਨਾਮ ਦੱਸ ਸਕਦਾ, ਜੈਂਡਰ ਦੱਸ ਸਕਦਾ, ਏਜ ਦੱਸ ਸਕਦਾ। ਇਹ ਜਿਹੜੀ ਬੇਟਾ ਇਨਫੋਰਮੇਸ਼ਨ ਹੈਗੀ ਆ ਇਹ ਐਵਰੇਜ यानी नॉर्मल बच्चे के हिसाब नाल आ, ठीक है। अगर बच्चा बहुत ज्यादा सुपीरियर आ फिर वो इस तो ज्यादा इन्फॉर्मेशन भी रखता हो सकता, बट असी आंसर देना हैगा नॉर्मल बच्चे के हिसाब नाल, ठीक है। अगर एक्सैप्शनल हो सकता उहदे कोल 500 शब्द भी होण, बट इत्थे आंसर असी एवरेज बच्चे के हिसाब नाल देना हुंदा।
ਨੈਕਸਟ ਕੁਐਸਚਨ ਹੈ ਜੀ ਵਿਚ ਵਨ ਆਫ ਫੋਲੋਇੰਗ ਇਜ਼ ਐਨ ਐਜੂਕੇਸ਼ਨਲ ਫੈਕਟਰ ਅਫੈਕਟਿੰਗ ਲੈਂਗੁਏਜ ਡਿਵੈਲਪਮੈਂਟ। ਕਿਹੜਾ ਕਹਿੰਦੇ ਐਜੂਕੇਸ਼ਨਲ ਫੈਕਟਰ ਆ ਜਿਹੜਾ ਭਾਸ਼ਾ ਨਿਰਮਾਣ ਨੂੰ ਜਾਂ ਭਾਸ਼ਾ ਦੇ ਵਿਕਾਸ ਨੂੰ ਪ੍ਰਭਾਵਿਤ ਕਰਦਾ। ਐਜੂਕੇਸ਼ਨਲ ਕੀ ਹੋਊਗਾ, ਤੁਹਾਨੂੰ ਕੋਈ ਭਾਸ਼ਾ ਸੁਣਾ ਰਿਹਾ ਸਮਝਾ ਰਿਹਾ ਤੇ ਤੁਸੀਂ ਉਹਨੂੰ ਸੁਣ ਰਹੇ ਹੋ ਤਾਂ ਲਿਸਨਿੰਗ ਟੂ ਕਰੈਕਟ ਲੈਂਗੁਏਜ ਬੀਇੰਗ ਸਪੋਕਨ। ਠੀਕ ਹੈ, ਅਗਰ ਤੁਸੀਂ ਸਹੀ ਭਾਸ਼ਾ ਸੁਣੋਗੇ ਤੇ ਫਿਰ ਜੋ ਬੰਦਾ ਸਹੀ ਬੋਲ ਰਿਹਾ ਉਹਨੂੰ ਸੁਣੋਗੇ ਤਾਂ ਹੀ ਤੁਹਾਨੂੰ ਸਹੀ ਭਾਸ਼ਾ ਆਊਗੀ। ਤਾਂ ਇਸ ਕਰਕੇ ਐਜੂਕੇਸ਼ਨਲ ਫੈਕਟਰ ਆਪਣੇ ਕੋਲੇ ਇਹੀ ਆ ਗਿਆ। ਠੀਕ ਹੈ, ਨੈਕਸਟ ਹੈਗਾ ਬੇਟਾ ਜੀ ਟੂ ਇਨੇਬਲ ਸਟੂਡੈਂਟ ਟੂ ਮੇਕ ਕਨਸੈਪਚੁਅਲ ਚੇਂਜ ਇਨ ਥਿੰਕਿੰਗ। ਇੱਕ ਬੱਚੇ ਦੀ ਜਿਹੜੀ ਥਿੰਕਿੰਗ ਹੈਗੀ ਆ ਉਹਦੇ ਚ ਕਨਸੈਪਸ਼ਨ ਜੋ ਉਹਦੇ ਕੋਲ ਆਲਰੇਡੀ ਹੈਗਾ ਕਨਸੈਪਟ ਉਹ ਚੇਂਜ ਕਰਕੇ ਲੈ ਕੇ ਆਉਣੀ, ਉਹਦੀ ਥਿੰਕਿੰਗ ਦੇ ਵਿੱਚ ਚੇਂਜ ਕਰਨੀ ਹੈ। ਤਾਂ ਟੀਚਰ ਕਹਿੰਦੇ ਕੀ ਕਰੂਗਾ, ਕਹਿੰਦੇ ਆਫਰ ਦਊਗਾ ਰਿਵਾਰਡ, ਉਹਨੂੰ ਰਿਵਾਰਡ ਦਊਗਾ। ਠੀਕ ਹੈ, ਜਿਹਦੇ ਰਾਹੀਂ ਉਹਦੀ ਥਿੰਕਿੰਗ ਦੇ ਵਿੱਚ ਬਦਲਾਅ ਹੋਊਗਾ। ਕਹਿੰਦੇ ਡਿਸਕਰੇਜ ਕਰੂਗਾ, ਡਿਸਕਰੇਜ ਦੇ ਨਾਲ ਹੀ ਤੁਹਾਡਾ ਇੱਥੇ ਆਨਸਰ ਗਲਤ ਹੋ ਜਾਂਦਾ ਕਿਉਂਕਿ ਅਸੀਂ ਚਾਈਲਡ ਸੈਂਟਰ ਐਜੂਕੇਸ਼ਨ ਦੇ ਉੱਪਰ ਕੰਸਨਟ੍ਰੇਟ ਕਰਨਾ ਤੇ ਉੱਥੇ ਡਿਸਕਰੇਜ ਵਰਗੇ ਵਰਡ ਅਸੀਂ ਯੂਜ਼ ਨਹੀਂ ਕਰਨੇ। ਮੈਂ ਸਾਰੀ ਸਟੇਟ ਪੜ੍ਹ ਦਿੰਨੀ ਆ ਨਾ। ਡਿਸਕਰੇਜ ਚਿਲਡਰਨ ਫਰੋਮ ਥਿੰਕਿੰਗ ਔਨ देयर ਓਨ, ਬੱਚਿਆਂ ਨੂੰ ਡਿਸਕਰੇਜ ਕਰੂਗਾ ਜੋ ਸੋਚ ਰਹੇ ਹੈਗੇ ਆ। ਆਸਕ them ਟੂ ਜਸਟ ਲਿਸਨ ਟੂ ਹਰ, ਟੀਚਰ ਕਹੂਗਾ ਕਿ ਮੈਨੂੰ ਸੁਣੋ ਤੇ ਸਿਰਫ ਮੈਨੂੰ ਫੋਲੋ ਕਰੋ। ਇਹ ਤਾਂ ਟੀਚਰ ਸੈਂਟਰ ਹੋ ਗਿਆ ਤੇ ਇਸ ਕਰਕੇ ਇਹ ਵੀ ਆਨਸਰ ਨਹੀਂ ਆ। ਆਫਰ ਐਨ ਐਕਸਪਲੇਨੇਸ਼ਨ ਇਨ ਲੈਕਚਰ ਮੋਡ, ਲੈਕਚਰ ਮੋਡ ਬੱਚਿਆਂ ਲਈ ਸੂਟੇਬਲ ਨਹੀਂ ਆ ਤਾਂ ਆਨਸਰ ਆ ਗਿਆ ਸਾਡੇ ਕੋਲ ਫੋਰਥ ਮੇਕ ਕਲੀਅਰ ਐਂਡ ਕਨਵਿੰਸਿੰਗ ਐਕਸਪਲੇਨੇਸ਼ਨ। ਪਹਿਲਾਂ ਵਿਆਖਿਆ ਦਊਗਾ ਯਕੀਨ ਵਾਲੀ, ਆਥੈਂਟਿਕ, ਬਹੁਤ ਹੀ ਵੈਲਿਊਏਬਲ, ਬਹੁਤ ਹੀ ਸਹੀ ਵਾਲੀ ਵਿਆਖਿਆ ਕਰੂਗਾ, ਸਾਫ਼ ਸ਼ਬਦਾਂ ਚ ਕਰੂਗਾ ਤੇ ਫਿਰ ਉਹਦੇ ਨਾਲ ਰਿਲੇਟਡ ਬੱਚਿਆਂ ਦੇ ਨਾਲ ਡਿਸਕਸ ਕਰੂਗਾ। ਤੇ ਇਹ ਮੈਥਡ ਸਾਡੇ ਕੋਲ ਆ ਗਿਆ ਚਾਈਲਡ ਸੈਂਟਰ। ਠੀਕ ਹੈ, ਤੇ ਇਸ ਕਰਕੇ ਟੀਚਰ ਨੇ ਜੇ ਕਨਸੈਪਟ ਬਣਾਉਣਾ ਬੱਚੇ ਦਾ ਚੇਂਜ ਕਰਨਾ ਕਨਸੈਪਟ ਤਾਂ ਕੀ ਕਰੂਗਾ ਜੀ, ਕਲੀਅਰ ਇੰਸਟਰਕਸ਼ਨ ਦਊਗਾ, ਐਕਸਪਲੇਨੇਸ਼ਨ ਕਰੂਗਾ ਤੇ ਬੱਚਿਆਂ ਦੇ ਨਾਲ ਡਿਸਕਸ ਕਰੂਗਾ। 15th ਕੁਐਸਚਨ ਹੈ ਜੀ ਆਪਣੇ ਕੋਲ ਇੰਡੀਆ ਹੈਜ਼ ਅ ਲੋਟ ਆਫ ਲੈਂਗੁਏਜ ਡਾਇਵਰਸਿਟੀ। ਭਾਰਤ ਦੇ ਵਿੱਚ ਬਹੁਤ ਸਾਰੀ ਭਾਸ਼ਾ ਨੂੰ ਲੈ ਕੇ ਡਾਇਵਰਸਿਟੀ ਹੈ। ਠੀਕ ਹੈ, ਤਾਂ ਕਹਿੰਦੇ ਵਿਚ ਆਫ ਫੋਲੋਇੰਗ ਇਜ਼ ਦਾ ਮੋਸਟ ਐਪਰੋਪ੍ਰੀਏਟ ਸਟੇਟਮੈਂਟ ਅਬਾਊਟ ਮਲਟੀਲਿੰਗੁਅਲ ਕਲਾਸ। ਅਗਰ ਉਹ ਕਲਾਸ ਮਲਟੀਲਿੰਗੁਅਲ ਹੈਗੀ ਆ, ਮਲਟੀਲਿੰਗੁਅਲ ਕਲਾਸ ਦਾ ਮਤਲਬ ਆ ਕਲਾਸ ਦੇ ਵਿੱਚ ਬੱਚੇ ਹਿੰਦੀ ਬੋਲਣ ਵਾਲੇ ਵੀ ਆ, ਪੰਜਾਬੀ ਬੋਲਣ ਵਾਲੇ ਵੀ ਆ, ਇੰਗਲਿਸ਼ ਬੋਲਣ ਵਾਲੇ ਵੀ ਆ, ਹੋ ਸਕਦਾ ਹੋਰ ਭਾਸ਼ਾ ਵਾਲੇ ਵੀ ਹੋਣ, ਤਾਂ ਮਲਟੀਲਿੰਗੁਅਲ ਕਲਾਸ ਆ। ਠੀਕ ਹੈ, ਤਾਂ ਕਹਿੰਦੇ ਖਾਸ ਕਰਕੇ ਜਦੋਂ ਪਹਿਲੀ ਤੇ ਦੂਜੀ ਕਲਾਸ ਹੋਵੇ, ਪ੍ਰਾਇਮਰੀ ਲੈਵਲ ਦੇ ਉੱਪਰ ਕਲਾਸ ਹੋਵੇ ਤਾਂ ਕਹਿੰਦੇ ਟੀਚਰ ਫਿਰ ਕੀ ਕਰੂਗਾ ਹਨਾ। ਤਾਂ ਕਹਿੰਦੇ ਪੜ੍ਹਦੇ ਆਪਾਂ ਨੀਚੇ ਸਟੇਟ ਜੋ ਦਿੱਤੀਆਂ ਹੋਈਆਂ ਨੇ ਆਪਸ਼ਨ। The school should admit only those student whose mother tongue is the same as the language of instruction। ਗਲਤ ਗੱਲ ਆ, ਸਕੂਲਾਂ ਦਾ ਮੀਡੀਅਮ ਅਗਰ ਇੰਗਲਿਸ਼ ਆ ਤੁਸੀਂ ਇਹ ਤਾਂ ਨਹੀਂ ਕਹੋਗੇ ਕਿ ਸਿਰਫ ਇੰਗਲਿਸ਼ ਵਾਲੇ ਬੱਚੇ ਸਾਡੇ ਕੋਲ ਆਉਣ, ਨਹੀਂ। ਠੀਕ ਹੈ, ਤਾਂ ਇਸ ਕਰਕੇ ਸਟੇਟਮੈਂਟ ਸਾਡੇ ਕੋਲ ਹੋਗੀ ਗਲਤ। The teacher should respect, ਟੀਚਰ ਰਿਸਪੈਕਟ ਕਰੂਗਾ all languages, ਸਾਰੀਆਂ ਭਾਸ਼ਾਵਾਂ ਦੀ, ਐਂਡ ਇਨਕਰੇਜ ਕਰੂਗਾ ਬੱਚਿਆਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਕਮਿਊਨੀਕੇਟ ਕਰਨ ਦੇ ਲਈ। ਠੀਕ ਹੈ, ਇਹੀ ਸਾਡਾ ਆਊਗਾ ਕਿਉਂਕਿ ਬਾਰ-ਬਾਰ ਕਹਿ ਰਹੀ ਹਾਂ ਪੈਡਾਗੋਜੀਕਲ ਕੁਐਸਚਨ ਹਮੇਸ਼ਾ ਹੀ ਪੋਜ਼ਿਟਿਵ ਦੇ ਵਿੱਚ ਲੈਣੇ ਹੁੰਦੇ ਆ, ਚਾਈਲਡ ਨੂੰ ਸੈਂਟਰ ਦੇ ਵਿੱਚ ਰੱਖ ਕੇ ਲੈਣੇ ਹੁੰਦੇ ਆ। ਤਾਂ ਟੀਚਰ ਰਿਸਪੈਕਟ ਕਰੂਗਾ ਜੀ। ਟੀਚਰ ਸ਼ੁੱਡ ਇਗਨੋਰ ਦਾ ਚਿਲਡਰਨ ਹੂ ਯੂਜ਼ देयर ਮਦਰ ਟੰਗ, ਇਹ ਤਾਂ ਗਲਤ ਆ ਹਨਾ। ਪਹਿਲਾਂ ਹੀ ਕਹਤਾ ਇਗਨੋਰ ਨੈਗੇਟਿਵ ਇਹ ਸਟੇਟਮੈਂਟ ਆ ਪੈਡਾਗੋਜੀ ਦੇ ਵਿੱਚ, ਅਗਰ ਪੋਜ਼ਿਟਿਵ ਸਟੇਟਮੈਂਟ ਆ ਤਾਂ ਨਹੀਂ ਆਉਣਗੀਆਂ। ਠੀਕ ਹੈ, ਹੁਣ ਤੱਕ ਤਾਂ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਸੀ ਕਿ ਕਿਸ ਤਰੀਕੇ ਦੇ ਨਾਲ ਪੋਜ਼ਿਟਿਵ ਸਟੇਟਮੈਂਟ ਵਾਲਾ ਆਨਸਰ ਚੱਕਣਾ ਹੁੰਦਾ। Next question है जी, Arav say that language development is influenced by one's predisposition। ਆਰਵ ਇਹ ਕਹਿੰਦਾ ਕਿ ਬੱਚੇ ਦੀ ਜਿਹੜੀ ਭਾਸ਼ਾ ਹੈਗੀ ਉਹਦੀ ਵਨਸ ਡਿਸਪੋਜੀਸ਼ਨ ਕਰਕੇ ਆ, ਉਹਦੀ ਹੈਰੀਡਿਟੀ ਦੇ ਕਰਕੇ ਆ। ਠੀਕ ਹੈ, ਯਾਨੀ ਕਿ ਹੈਰੀਡਿਟੀ ਨੂੰ ਅਸੀਂ ਕੀ ਕਹਿੰਦੇ ਸੀ, ਨੇਚਰ ਕਰਕੇ ਆ। ਤੇ ਸੋਨਾਲੀ ਕਹਿੰਦੀ ਆ ਕਿ ਇਨਵਾਇਰਨਮੈਂਟ ਦੇ ਕਰਕੇ ਆ, ਭਾਸ਼ਾ ਦਾ ਵਿਕਾਸ ਇਨਵਾਇਰਨਮੈਂਟ ਕਰਕੇ ਹੁੰਦਾ। ਤਾਂ ਮਤਲਬ ਉਹ ਕੀ ਕਹਿ ਰਹੀ ਹੈ, ਨਰਚਰ ਕਰਕੇ। ਤਾਂ ਫਿਰ ਇਹ ਜਿਹੜੀ ਡਿਬੇਟ ਹੋਈ ਕਿਹੜੀ ਹੋਈ ਜੀ, ਨੇਚਰ ਨਰਚਰ ਡਿਬੇਟ। ਠੀਕ ਹੈ, ਨੇਚਰ ਨਰਚਰ ਡਿਬੇਟ ਕਲੀਅਰ। ਤਾਂ ਭਾਸ਼ਾ ਵੈਸੇ ਜ਼ਿਆਦਾਤਰ ਜਿਹੜੀ ਹੈਗੀ ਉਹ ਇਨਵਾਇਰਨਮੈਂਟ ਦੇ ਪ੍ਰਭਾਵ ਦੇ ਨਾਲ ਸਿੱਖੀ ਜਾਂਦੀ ਹੈ, ਸਮਾਜ ਚੋਂ ਸਿੱਖੀ ਜਾਂਦੀ ਹੈ, ਬਟ ਪ੍ਰਭਾਵ ਇੰਟਰੈਕਸ਼ਨ ਦੋਨਾਂ ਦਾ ਹੀ ਹੁੰਦਾ, ਹੈਰੀਡਿਟੀ ਦਾ ਵੀ ਤੇ ਇਨਵਾਇਰਨਮੈਂਟ ਦਾ ਵੀ। ਫੋਨੋਲੋਜੀਕਲ ਅਵੇਅਰਨੈਸ ਰੈਫਰ ਟੂ ਦਾ ਅਬਿਲਿਟੀ ਟੂ, ਤਾਂ ਕਹਿੰਦੇ ਜਿਹੜੀ ਫੋਨੋਲੋਜੀਕਲ ਅਵੇਅਰਨੈਸ ਆ ਹਨਾ, ਤਾਂ ਉਹਦੇ ਲਈ ਕਿਹੜੀ ਅਬਿਲਿਟੀ ਜ਼ਰੂਰੀ ਹੋਊਗੀ ਜਿਹਦੇ ਤੋਂ ਅਸੀਂ ਇਹ ਅੰਦਾਜ਼ਾ ਲਾਵਾਂਗੇ ਕਿ ਬੰਦੇ ਨੂੰ ਜਿਹੜੀ ਧੁਨੀ ਦਾ ਪੂਰਾ ਗਿਆਨ ਹੈਗਾ। ਅਗਰ ਬੱਚਾ ਸਹੀ ਤਰੀਕੇ ਦੇ ਨਾਲ ਫਲੂਐਂਟਲੀ ਬੋਲੂਗਾ ਤੇ ਐਕੂਰੇਟਲੀ ਬੋਲੂਗਾ। ਫਲੂਐਂਟਲੀ ਹੁੰਦਾ ਜਿਵੇਂ ਮੈਂ ਬੋਲ ਰਹੀ ਹਾਂ ਚੰਗੀ ਤਰ੍ਹਾਂ ਸਹੀ ਢੰਗ ਨਾਲ ਬੋਲਣਾ, ਪ੍ਰਤੀਬਿੰਬਤ, ਹੇਰਾ ਫੇਰੀ, ਇੱਕ ਫਲੋ ਦੇ ਨਾਲ ਸਹੀ ਤਰੀਕੇ ਨਾਲ ਬੋਲ ਰਹੀ ਹਾਂ ਤੇ ਬੋਲ ਵੀ ਸਹੀ ਸ਼ਬਦ ਰਹੀ ਹਾਂ, ਤੇ ਇਟ ਮੀਨਸ ਉਹ ਕੀ ਹੈ, ਐਕੂਰੇਟਲੀ। ਫਲੂਐਂਟਲੀ ਆ ਸਹੀ ਫਲੋ ਦੇ ਵਿੱਚ ਬੋਲਣਾ ਤੇ ਐਕੂਰੇਟਲੀ ਆ ਸਹੀ ਸ਼ਬਦ ਬੋਲਣਾ। ਠੀਕ ਹੈ, ਭਾਸ਼ਾ ਨੂੰ ਸਮਝ ਕੇ ਬੋਲਣਾ। ਤਾਂ ਉਹਦੇ ਤੋਂ ਹੀ ਤੁਸੀਂ ਫੋਨੋਲੋਜੀਕਲ ਅਵੇਅਰਨੈਸ ਦਾ ਪਤਾ ਲਗਾ ਸਕਦੇ ਹੋ। 18 क्वेश्चन है जी, द काइंड ऑफ एरर आर कॉमन बिटवीन अ लर्नर। ठीक है, कहते व्हाट काइंड ऑफ एरर आर कॉमन बिटवीन अ लर्नर हु इज लर्निंग हिज लैंग्वेज मदर टंग। ठीक है, कहते ਕਿਹੜੀ ਐਰਰ ਹੈਗੀ ਆ ਜਿਹੜੀ ਬੱਚਿਆਂ ਦੇ ਵਿੱਚ ਕਾਮਨ ਹੋਣਗੀਆਂ ਜਿਹੜੇ ਬੱਚੇ ਆਪਣੀ ਮਦਰ ਟੰਗ ਸਿੱਖ ਰਹੇ ਆ, ਜਾਂ ਫਿਰ ਉਹ ਵਾਲੇ ਲਰਨਰ
ਜਿਹੜੇ ਕਿ ਸੇਮ ਲੈਂਗੁਏਜ ਨੂੰ ਸਿੱਖ ਰਹੇ ਆ ਐਜ਼ ਆ ਸੈਕਿੰਡ ਲੈਂਗੁਏਜ। ਠੀਕ ਹੈ, ਇੱਕ ਬੱਚਾ ਮਤਲਬ ਆਪਾਂ ਕਿ ਇੱਕ ਹੀ ਲੈਂਗੁਏਜ ਆ, ਉਹ ਲੈਂਗੁਏਜ ਹੈਗੀ ਆ ਇੰਗਲਿਸ਼। ਠੀਕ ਹੈ, ਇੱਕ ਬੱਚਾ ਹੈਗਾ ਉਹ ਅਮਰੀਕਾ ਤੋਂ ਆਇਆ ਹੋਇਆ, ਭਾਰਤ ਦੇ ਵਿੱਚ ਰਹਿ ਰਿਹਾ ਹੈਗਾ, ਤਾਂ ਉਹਦੇ ਲਈ ਤਾਂ ਉਹ ਹੈਗੀ ਉਹਦੀ ਫਰਸਟ ਲੈਂਗੁਏਜ। ਠੀਕ ਹੈ, ਉਹਦੀ ਮਦਰ ਟੰਗ ਆ, ਕਿਉਂਕਿ ਉਹ ਇੰਗਲਿਸ਼ ਬੋਲ ਰਿਹਾ ਮੰਨ ਲਓ, ਤਾਂ ਉਹਦੀ ਮਦਰ ਟੰਗ ਆ। ਠੀਕ ਹੈ, ਬਟ ਉਹ ਇੰਗਲਿਸ਼ ਨੂੰ ਸਿੱਖਣ ਦੇ ਵਿੱਚ ਉਹ ਵੀ ਪ੍ਰੋਬਲਮ ਫੇਸ ਕਰ ਰਿਹਾ। ਇੱਕ ਬੱਚਾ ਹੈਗਾ ਜੀ ਪੰਜਾਬ ਦਾ। ਠੀਕ ਹੈ, ਤੇ ਉਹ ਪੰਜਾਬ ਦੇ ਲਈ ਬੱਚੇ ਦੇ ਲਈ ਜਿਹੜੀ ਇੰਗਲਿਸ਼ ਹੈਗੀ ਉਹ ਕੀ ਹੈਗੀ ਆ ਬੇਟਾ ਜੀ ਸੈਕਿੰਡ ਲੈਂਗੁਏਜ। ਠੀਕ ਹੈ, ਉਹ ਬੱਚਾ ਵੀ ਭਾਸ਼ਾ ਦੇ ਵਿੱਚ ਸੇਮ ਪ੍ਰੋਬਲਮ ਫੇਸ ਕਰ ਰਿਹਾ, ਤਾਂ ਦੋਨੋਂ ਬੱਚੇ ਜਿਹੜੀਆਂ ਸੇਮ ਪ੍ਰੋਬਲਮ ਫੇਸ ਕਰ ਰਹੇ ਹੈਗੇ ਆ ਨਾ, ਇਹ ਡਿਵੈਲਪਮੈਂਟਲ ਪ੍ਰੋਬਲਮਸ ਹੁੰਦੀਆਂ। ਠੀਕ ਹੈ, ਫਿਰ ਉਹ ਕਿਹੜੀ ਪ੍ਰੋਬਲਮ ਹੋਊਗੀ ਜੀ ਡਿਵੈਲਪਮੈਂਟਲ। ਤਾਂ ਜਿਹੜੀ ਕਾਮਨ ਐਰਰ ਹੈਗੀ ਆ, ਬੇਸ਼ੱਕ ਉਹ ਬੱਚਾ ਪਹਿਲੀ ਭਾਸ਼ਾ ਸਿੱਖ ਰਿਹਾ, ਬੇਸ਼ੱਕ ਉਹ ਬੱਚੇ ਦੀ ਸੈਕਿੰਡ ਭਾਸ਼ਾ ਤੋਂ ਡਿਵੈਲਪਮੈਂਟਲ ਪ੍ਰੋਬਲਮਸ ਹੋਣਗੀਆਂ। ਬਾਕੀ ਸਟੇਟਮੈਂਟ ਮੈਂ ਇੱਥੇ ਕਲੀਅਰ ਕਰ ਦਿੰਨੀ ਆ ਜੀ। ਓਵਰ ਜਨਰਲਾਈਜੇਸ਼ਨ ਕੀ ਹੁੰਦਾ ਬੇਟਾ ਜੀ, ਕਿਸੇ ਇੱਕ ਫੀਲਡ ਤੋਂ ਜਦੋਂ ਤੁਸੀਂ ਦੂਜੇ ਫੀਲਡ ਦੇ ਵਿੱਚ ਇੰਪਲੀਮੈਂਟ ਕਰਦੇ ਹੋ, ਮੈਂ ਕਿਹਾ ਸੀ ਉਹ ਕੀ ਹੁੰਦੀ ਹੈ ਜਨਰਲਾਈਜੇਸ਼ਨ। ਓਵਰ ਦਾ ਮਤਲਬ ਕੀ ਹੈ ਬਹੁਤ ਜ਼ਿਆਦਾ ਸੋਚਣਾ। ਤੁਸੀਂ ਇੱਕ ਐਗਜ਼ਾਮ ਦਿੱਤਾ, ਉਹ ਐਗਜ਼ਾਮ ਦੇ ਵਿੱਚ ਤੁਸੀਂ ਹੋ ਗਏ ਫੇਲ, ਤੇ ਤੁਸੀਂ ਸੋਚੋ ਕਿ ਮੈਂ ਜ਼ਿੰਦਗੀ ਦੇ ਵਿੱਚ ਕੋਈ ਵੀ ਐਗਜ਼ਾਮ ਕੁਆਲੀਫਾਈ ਨਹੀਂ ਕਰ ਸਕਦਾ, ਇਹ ਕੀ ਹੈਗੀ ਆ ਓਵਰ ਜਨਰਲਾਈਜੇਸ਼ਨ। ਠੀਕ ਹੈ, ਜਾਂ ਫਿਰ ਤੁਸੀਂ ਇੱਕ ਜੌਬ ਇੰਟਰਵਿਊ ਦਿੱਤਾ, ਉਹ ਇੰਟਰਵਿਊ ਤੁਹਾਡੀ ਕੁਆਲੀਫਾਈ ਨਹੀਂ ਹੋਈ, ਤੇ ਤੁਸੀਂ ਇਹ ਕਹਿਤਾ ਕਿ ਮੈਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਜੌਬ ਮਿਲ ਹੀ ਨਹੀਂ ਸਕਦੀ, ਇਹ ਹੁੰਦੀ ਹੈ ਓਵਰ ਜਨਰਲਾਈਜੇਸ਼ਨ। ਠੀਕ ਹੈ ਜੀ। ਹਾਈਪਰ ਕਰੈਕਸ਼ਨ ਹੁੰਦਾ ਬੇਟਾ ਜੀ ਅਗਰ ਕੋਈ ਵੀ ਪਰਸਨ ਗ੍ਰਾਮਰ ਨੂੰ, ਠੀਕ ਹੈ, ਜਾਂ ਆਪਾਂ ਕਹੀਏ ਪ੍ਰੋਨਾਂਸੀਏਸ਼ਨ ਜਿਹੜੀ ਹੈਗੀ ਉਹਨੂੰ ਗਲਤ ਤਰੀਕੇ ਦੇ ਨਾਲ ਬੋਲੇ, ਗ੍ਰਾਮਰ ਨੂੰ ਗਲਤ ਤਰੀਕੇ ਦੇ ਨਾਲ ਮਤਲਬ ਇਨਕਰੈਕਟ ਬੋਲੇ। ਠੀਕ ਹੈ, ਇਨਕਰੈਕਟ ਗ੍ਰਾਮਰ ਦਾ ਯੂਜ਼ ਕਰੇ, ਇਨਕਰੈਕਟ ਪ੍ਰੋਨਾਂਸੀਏਸ਼ਨ ਯੂਜ਼ ਕਰੇ, ਬਟ ਇਹ ਸ਼ੋ ਕਰੇ ਕਿ ਉਹਨੂੰ ਇਹਨਾਂ ਚੀਜ਼ਾਂ ਦੀ ਪੂਰੀ ਨੌਲੇਜ ਹੈਗੀ ਆ, ਤਾਂ ਉਹ ਕੀ ਹੁੰਦੀ ਆ ਜੀ ਹਾਈਪਰ ਕਰੈਕਸ਼ਨ। ਸਿੰਪਲੀਫਿਕੇਸ਼ਨ ਹੁੰਦੀ ਹੈ ਬੇਟਾ ਜੀ ਕਿਸੇ ਚੀਜ਼ ਨੂੰ ਬਹੁਤ ਜ਼ਿਆਦਾ ਈਜ਼ੀ ਕਰਨਾ। ਠੀਕ ਹੈ, ਨੈਕਸਟ ਕੁਐਸਚਨ ਹੈ ਜੀ 19 ਆਪਣੇ ਕੋਲ, ਦ ਮੋਸਟ ਕਲਾਸਰੂਮ ਇਨ ਇੰਡੀਆ ਆਰ ਮਲਟੀਲਿੰਗੁਅਲ। ਠੀਕ ਹੈ, ਸਾਨੂੰ ਸਭ ਨੂੰ ਪਤਾ ਹਰ ਇੱਕ ਕਲਾਸਰੂਮ ਇੰਡੀਆ ਦੇ ਵਿੱਚ ਘੱਟੋ ਘੱਟ 3 ਲੈਂਗੁਏਜ ਤਾਂ ਹੁੰਦੀਆਂ ਹੀ ਨਹੀਂ, ਹਿੰਦੀ ਹੋਊਗੀ, ਠੀਕ ਹੈ, ਲੋਕਲ ਲੈਂਗੁਏਜ ਹੋਊਗੀ ਕੋਈ ਵੀ, ਤੇ ਇੰਗਲਿਸ਼ ਹੋਊਗੀ। ਤਾਂ ਮਲਟੀਲਿੰਗੁਅਲ ਕਲਾਸਰੂਮ ਆ, ਤਾਂ ਦਿਸ ਕਲਾਸਰੂਮ ਨੀਡ ਟੂ ਸੀਨ ਐਜ਼ ਡੈਸ਼ ਬਾਈ ਦਾ ਟੀਚਰ। ਤਾਂ ਟੀਚਰ ਇਸ ਤਰ੍ਹਾਂ ਦੇ ਕਲਾਸਰੂਮ ਨੂੰ ਕਿਵੇਂ ਦੇਖੂਗਾ, ਕਹਿੰਦੇ ਇੱਕ ਬੋਦਰ, ਇਹ ਪ੍ਰੋਬਲਮੈਟਿਕ ਹੋਊਗਾ। ਠੀਕ ਹੈ, ਜਾਂ ਫਿਰ ਕੋਈ ਰੁਕਾਵਟ ਪੈਦਾ ਕਰੂਗਾ, ਨਹੀਂ, ਕੋਈ ਵੀ ਮਲਟੀਲਿੰਗੁਅਲ ਕਲਾਸਰੂਮ ਡਾਇਵਰਸ ਕਲਾਸਰੂਮ ਆ ਜਿਹੜਾ ਟੀਚਰ ਦੇ ਲਈ ਐਜ਼ ਅ ਸੋਰਸ ਹੋਊਗਾ। ਟੀਚਰ ਐਵੇਂ ਦੀ ਕਲਾਸ ਦੇ ਵਿੱਚ ਸਾਰੇ ਬੱਚਿਆਂ ਨੂੰ ਇੰਟਰੈਕਟ ਕਰਕੇ ਉਹਨਾਂ ਦੀ ਹਰ ਭਾਸ਼ਾ ਦੀ ਨੌਲੇਜ ਰੱਖ ਕੇ, ਠੀਕ ਹੈ, ਉਹਨਾਂ ਬੱਚਿਆਂ ਨੂੰ ਇੰਟਰੈਕਟ ਕਰਨ ਦੇ ਲਈ ਕਹੂਗਾ, ਤਾਂ ਰਿਸੋਰਸ ਹੋਊਗੀ। ਠੀਕ ਹੈ ਜੀ, ਇਹ ਭਾਸ਼ਾ ਕੀ ਹੋਊਗੀ ਜੀ ਰਿਸੋਰਸ। ਲਾਸਟ 2 ਕੁਐਸਚਨ ਜੀ, ਹੂ ਹੈਜ਼ ਡਿਵੈਲਪਡ ਨੌਨਸੈਂਸ ਵਰਡ ਫਸਟ ਟਾਈਮ। ਤਾਂ ਇਹ ਬੇਟਾ ਸਟੈਟਿਕ ਬੇਸਡ ਹੀ ਕੁਐਸਚਨ ਆ, ਤਾਂ ਇਹ ਬਿਗ ਹਾਊਸ ਨੇ ਜਿਹੜਾ ਸੀਗਾ ਇਹ ਫਸਟ ਟਾਈਮ ਯੂਜ਼ ਕੀਤਾ ਸੀ ਨੌਨਸੈਂਸ ਵਰਡ। ਨੈਕਸਟ ਕੁਐਸਚਨ ਹੈ ਜੀ, ਹੂ ਪ੍ਰਪੋਜ਼ਡ दैट wait who proposed that all children have LAD language acquisition device। ਇਹ ਦੁਬਾਰਾ ਹੀ ਆ ਗਿਆ, ਕਿਹਨੇ ਕਿਹਾ ਸੀਗਾ ਜੀ ਇਹ ਚਮਸਕੀ ਨੇ। ਚਮਸਕੀ ਨੇ ਕਿਹਾ ਸੀਗਾ ਕਿ ਲੈਂਗੁਏਜ ਐਕੁਜੀਸ਼ਨ ਡਿਵਾਈਸ ਹੁੰਦੀ ਹੈ। ਠੀਕ ਹੈ, ਪਿਆਜੇ ਨੇ ਕੀ ਕਿਹਾ ਸੀਗਾ ਥੌਟ ਪਹਿਲਾਂ ਹੁੰਦੇ ਨੇ, ਤੇ ਬੱਚਾ ਜਿਹੜੀ ਭਾਸ਼ਾ ਹੈਗੀ ਉਹ ਖੁਦ ਐਕਟਿਵਲੀ ਸੈਂਸਿਸ ਨੂੰ ਵਰਤ ਕੇ ਜਾਂ ਹੋਰ ਤਰੀਕੇ ਜਿਹੜਾ ਐਕਸਪਲੋਰੇਸ਼ਨ ਦੇ ਰਾਹੀਂ ਲਰਨ ਕਰੂਗਾ। ਵਾਈਗੋਸਕੀ ਨੇ ਕਿਹਾ ਸੀਗਾ ਕਿ ਭਾਸ਼ਾ ਜਿਹੜੀ ਹੈਗੀ ਆ ਉਹ ਸੋਸ਼ਲ ਇੰਟਰੈਕਸ਼ਨ ਦੇ ਰਾਹੀਂ ਬੱਚੇ ਦੀ ਭਾਸ਼ਾ ਜਿਹੜੀ ਹੈਗੀ ਉਹ ਡਿਵੈਲਪ ਹੁੰਦੀ ਆ। ਪ੍ਰਾਈਵੇਟ ਸਪੀਚ ਦੀ ਗੱਲ, ਇਨਰ ਸਪੀਚ ਦੀ ਗੱਲ, ਸੋਸ਼ਲ ਸਪੀਚ ਦੀ ਗੱਲ ਵਾਈਗੋਸਕੀ ਨੇ ਕੀਤੀ ਹੈ, ਤੁਸੀਂ ਮੇਰੇ ਨਾਲ ਥਿਊਰੀ ਕਰ ਚੁੱਕੇ ਹੋ। ਠੀਕ ਹੈ, ਜਿਹੜਾ ਡੈਨ ਸਲੋਬਿਨ ਸੀਗਾ ਬੇਟਾ ਜੀ, ਡੈਨ ਸਲੋਬਿਨ ਵੀ ਲਿੰਗੁਇਸਟਿਕ ਸੀਗੇ। ਠੀਕ ਹੈ, ਲਿੰਗੁਇਸਟ ਸੀ, ਕਾਫੀ ਭਾਸ਼ਾਵਾਂ ਦਾ ਗਿਆਨ ਰੱਖਦੇ ਸੀ, ਤੇ ਇਸ ਤੋਂ ਬਿਨਾਂ ਬਰੂਨਰ ਦੇ ਲਈ, ਬਰੂਨਰ ਸੀਗਾ ਜੀ ਤੁਸੀਂ ਥਿਊਰੀ ਮੇਰੇ ਨਾਲ ਕਰ ਚੁੱਕੇ ਹੋ ਹਨਾ, ਕੋਗਨੈਟਿਵ ਡਿਵੈਲਪਮੈਂਟ ਥਿਊਰੀ। ਤਾਂ ਬਰੂਨਰ ਨੇ ਦੇ ਲਈ ਜਿਹੜੇ ਸੀਗੇ ਐਕੈਡੈਮਿਕ ਐਡਵਾਈਜ਼ਰ ਵੀ ਰਹੇ ਆ। ਠੀਕ ਹੈ, ਐਕੈਡੈਮਿਕ ਐਡਵਾਈਜ਼ਰ ਰਹੇ ਨੇ ਬਰੂਨਰ ਦੇ। ਕਲੀਅਰ ਬੇਟਾ ਜੀ, ਇਹ ਸੀ ਅੱਜ ਦੀ ਸਾਡੀ MCQ ਡਿਸਕਸ਼ਨ। ਅਗਰ ਤੁਹਾਡੇ ਲਈ ਵੀਡੀਓ ਹੈਲਪਫੁਲ ਹੋ ਰਹੀਆਂ ਹੈ ਤਾਂ ਵੱਧ ਤੋਂ ਵੱਧ ਇਸ ਚੈਨਲ ਨੂੰ ਸ਼ੇਅਰ ਕਰੋ, ਠੀਕ ਹੈ, ਲਾਈਕ ਕਰੋ ਵੀਡੀਓ ਨੂੰ, ਐਂਡ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ। ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ। ਥੈਂਕ ਯੂ ਸੋ ਮਚ।